ਮਨੋਹਰ ਸ਼ੁਕਲਾ ਦਾ ਨਾਵਲ ਕਿਹਦਾ ਇਤਬਾਰ। ਅਗਲੇ ਦਿਨ ਕੋਮਲ ਦੀ ਸੰਸਥਾ ਦੀਆਂ 4 ਕੌਂਸਲਰਸ ਦਿੱਲੀ ਲਈ ਰਵਾਨਾ ਹੋਈਆਂ। ਬਾਅਦ ਦੁਪਹਿਰ ਜਿਸ ਵਕਤ ਉਹ ਰਾਗਨੀ ਦੇ ਇੱਥੇ ਪਹੁੰਚੀਆਂ ਉਹ ਘਰ ਵਿੱਚ ਨਹੀਂ ਸੀ। ਇਸੇ ਮਕਾਨ ਵਿੱਚ ਰਹਿਣ ਵਾਲੀਆਂ ਦੂਜੀਆਂ ਔਰਤਾਂ ਨੇ ਦੱਸਿਆ ਕਿ ਰਾਗਨੀ ਦਾ ਮੁੰਡਾ ਵੀ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਉੱਥੇ ਹੀ ਜਾ ਕੇ ਪੜ੍ਹਦਾ ਹੈ ਜਿੱਥੇ ਰਾਗਨੀ ਨੌਕਰੀ ਕਰਦੀ ਹੈ। ਵੋਲੰਟੀਅਰਸ ਨੇ ਆਪਣੇ ਆਉਣ ਦਾ ਮਕਸਦ ਦੱਸਦਿਆਂ ਹੋਇਆਂ ਪਹਿਲਾਂ ਤਾਂ ਉਹਨਾਂ ਔਰਤਾਂ ਨਾਲ ਗੱਲਬਾਤ ਕੀਤੀ, ਫਿਰ ਉੱਥੇ ਹੀ ਆਂਢ ਗੁਆਂਢ ਦੀਆਂ ਕੁਝ ਔਰਤਾਂ ਤੋਂ ਇਲਾਵਾ ਕਈ ਮੋਹਤਬਾਰ ਲੋਕਾਂ ਨੂੰ ਸੱਦ ਕੇ ਵੀ ਸਲਾਹ ਮਸ਼ਵਰਾ ਕੀਤਾ ਗਿਆ। ਉਹ ਸਾਰੇ ਲੋਕ ਵੋਲੰਟੀਅਰਸ ਦੀਆਂ ਗੱਲਾਂ ਤੋਂ ਪ੍ਰਭਾਵਿਤ ਤਾਂ ਹੋ ਗਏ, ਪਰ ਉਹਨਾਂ ਦਾ ਸਪਸ਼ਟ ਕਹਿਣਾ ਸੀ ਕਿ ਇਸ ਤਰਫ ਦੇ ਵੀ 4-5 ਲੋਕੀ ਰਾਗਨੀ ਨਾਲ ਜਾਣਗੇ ਅਤੇ ਉਦੋਂ ਤੱਕ ਨਾਰਾਇਣਪੁਰ ਵਿੱਚ ਹੀ ਰਹਿਣਗੇ ਜਦੋਂ ਤੱਕ ਰਾਗਨੀ ਦੀ ਕਾਨੂੰਨਨ ਕੋਰਟ ਮੈਰਿਜ ਨਹੀਂ ਹੋ ਜਾਂਦੀ। ਸ਼ਾਮ ਨੂੰ ਰਾਗਨੀ ਆਪਣੇ ਮੁੰਡੇ ਨਾਲ ਜਦੋਂ ਘਰ ਪਹੁੰਚੀ ਤਾਂ ਗੁਆਂਢੀਆਂ ਦੀ ਅੱਛੀ ਖਾਸੀ ਭੀੜ ਇਕੱਠੀ ਹੋਈ ਪਈ ਸੀ। ਦੂਜੀ ਸ਼ਾਦੀ ਦਾ ਮੁੱਦਾ ਸਾਹਮਣੇ ਆਉਣ ਤੇ ਰਾਗਨੀ ਨੇ ਇਸ ਲਈ ਸਾਫ਼ ਇਨਕਾਰ ਕਰ ਦਿੱਤਾ। ਪਰ ਉਸ ਰਾਤ ਜਿਵੇਂ ਉਸਦੇ ਘਰ ਰਾਤ ਦਾ ਜਾਗਰਣ ਹੋਇਆ, ਪੂਰੀ ਰਾਤ ਜਗਦਿਆਂ ਗੁਆਂਢੀਆਂ ਅਤੇ ਵੋਲੰਟੀਅਰਸ ਨੇ ਕੁਝ ਐਸਾ ਅਹਿਮ ਰੋਲ ਨਿਭਾਇਆ ਕਿ ਅਗਲੀ ਸਵੇਰ ਹੋਣ ਤੱਕ ਰਾਗਨੀ ਮੰਨ ਤਾਂ ਗਈ, ਪਰ ਆਪਣੀਆਂ ਕੁਝ ਇੱਕ ਸ਼ਰਤਾਂ ਦੇ ਨਾਲ। ਪਹਿਲੀ ਸ਼ਰਤ ਇਹ ਸੀ ਕਿ ਪੱਕੇ ਤੌਰ ਤੇ ਹਾਂ ਕਰਨ ਤੋਂ ਪਹਿਲਾਂ ਉਹ ਆਪਣੇ ਹੋਣ ਵਾਲੇ ਪਤੀ ਅਤੇ ਉਸਦੇ ਪਰਿਵਾਰ ਨੂੰ ਮਿਲਣਾ ਚਾਹੇਗੀ। ਦੂਜੀ ਸ਼ਰਤ ਦੇ ਅਨੁਸਾਰ ਉਸਦਾ ਪੁੱਤਰ ਹਮੇਸ਼ਾ ਉਸ ਨਾਲ ਰਹੇਗਾ। ਹੋਰ ਸ਼ਰਤਾਂ ਅਜਿਹੀਆਂ ਕੁਝ ਖਾਸ ਨਹੀਂ ਸਨ ਜੋ ਮੰਨੀਆਂ ਨਾ ਜਾਂਦੀਆਂ, ਮਸਲਨ ਆਪਣੇ ਪੁੱਤਰ ਨੂੰ ਉਹ ਇੰਜੀਨੀਅਰ ਹੀ ਬਣਾਏਗੀ ਵਗੈਰਾ ਵਗੈਰਾ। ਉਸ ਦੀਆਂ ਦੋਵੇਂ ਸ਼ਰਤਾਂ ਵੀ ਬਾਖੁਸ਼ੀ ਮੰਨ ਲਈਆਂ ਗਈਆਂ ਸਨ। ਇਸ ਤਰ੍ਹਾਂ ਦੀ ਸਥਿਤੀ ਤੇ ਤੇਜ਼ ਗਤੀ ਨਾਲ ਫੈਸਲੇ ਲੈਣ ਲਈ ਵੋਲੰਟੀਅਰਸ ਨੂੰ ਪਹਿਲਾਂ ਹੀ ਤਿਆਰ ਕਰਕੇ ਭੇਜਿਆ ਗਿਆ ਸੀ। ਰਾਗਨੀ ਆਪਣੇ ਘਰ ਤੋਂ ਚੱਲੀ ਤਾਂ ਉੱਥੋਂ ਦੇ ਲੋਕਾਂ ਨੇ ਉਸਨੂੰ ਇਸ ਤਰ੍ਹਾਂ ਵਿਦਾ ਕੀਤਾ ਮੰਨੋ ਕਿ ਉਹ ਆਪਣੇ ਪੇਕੇ ਛੱਡ ਕੇ ਸਹੁਰੇ ਜਾ ਰਹੀ ਹੋਵੇ। ਇਲਾਕੇ ਦੇ 4 ਮੋਹਤਬਾਰ ਲੋਕ ਉਸਦੇ ਨਾਲ ਚੱਲ ਪਏ। ਵੋਲੰਟੀਅਰਸ ਸੰਸਥਾ ਦੀ ਵੱਡੀ ਜਿਹੀ ਗੱਡੀ ਵਿੱਚ ਆਈਆਂ ਸਨ। ਇਸੇ ਵਿੱਚ ਹੀ ਸਾਰਿਆਂ ਨੂੰ ਬਿਠਾ ਲਿਆ ਗਿਆ ਸੀ। ਦਿਨ ਦੇ 10 ਵਜੇ ਦਿੱਲੀ ਤੋਂ ਚੱਲੀ ਇਹ ਗੱਡੀ ਸ਼ਾਮ ਨੂੰ 4 ਵਜੇ ਦੇ ਕਰੀਬ ਨਾਰਾਇਣਪੁਰ ਪਹੁੰਚ ਗਈ। ਰਾਗਨੀ, ਉਸਦਾ ਮੁੰਡਾ ਅਤੇ ਨਾਲ ਆਈਆਂ ਸ਼ਖਸੀਅਤਾਂ ਨੂੰ ਸਾਰੀਆਂ ਸੁੱਖ ਸੁਵਿਧਾਵਾਂ ਦੇ ਨਾਲੋਂ ਨਾਲ ਉੱਥੋਂ ਦੇ ਇੱਕ ਵਧੀਆ ਹੋਟਲ ਵਿੱਚ ਠਹਿਰਾਇਆ ਗਿਆ। ਕੋਮਲ ਨੂੰ ਆਪਣੇ ਦਫ਼ਤਰ ਵਿੱਚ ਬੈਠੇ ਫੋਨ ਰਾਹੀਂ ਸਾਰੀਆਂ ਸੂਚਨਾਵਾਂ ਮਿਲ ਰਹੀਆਂ ਸਨ। ਸ਼ਾਮ ਨੂੰ ਉਸਨੇ ਬਿਸ਼ੰਬਰ ਨਾਥ ਨੂੰ ਫੋਨ ਮਿਲਾਇਆ, ਕੁਝ ਦੇਰ ਵਿੱਚ ਤੁਸੀਂ ਆਪਣੀ ਮਿਸਿਜ਼ ਅਤੇ ਮੁੰਡੇ ਨੂੰ ਲੈ ਕੇ ਹੋਟਲ ਆ ਜਾਇਓ। ਉੱਥੇ ਉਹਨਾਂ ਸਾਰਿਆਂ ਨਾਲ ਡਿਨਰ ਕਰੋ ਅਤੇ ਉਹਨਾਂ ਨੂੰ ਵਿਸ਼ਵਾਸ ਵੀ ਦਿਵਾ ਦਿਓ। ਇਸ ਤਰ੍ਹਾਂ ਕੋਰਟ ਮੈਰਿਜ ਦੇ ਲਈ ਕੱਲ੍ਹ ਨੂੰ ਅਪਲਾਈ ਕਰਾਂਗੇ। ਤੁਸੀਂ ਵੀ ਤਾਂ ਹੋਟਲ ਆਓਗੇ ਨਾ ਮੈਡਮ? ਨਹੀਂ, ਮੈਂ ਨਹੀਂ ਪਹੁੰਚ ਸਕਦੀ ਅਤੇ ਨਾ ਹੀ ਮੈਨੂੰ ਬੁਲਾਉਣ ਦੇ ਬਾਰੇ ਵਿੱਚ ਸੋਚਣਾ। ਉਹ ਕਿਉਂ ਮੈਡਮ, ਮੇਰੇ ਤੋਂ ਕੋਈ ਗਲਤੀ ਹੋਈ ਹੈ ਕਿ? ਤੁਸੀਂ ਰਾਜਨੀਤੀ ਦੇ ਗੁਰ ਕਦੋਂ ਸਮਝੋਗੇ ਬਿਸ਼ੰਬਰ ਨਾਥ ਜੀ? ਬਹੁਤ ਮੁਸ਼ਕਿਲ ਕੰਮ ਹੈ ਇਹ। ਅਜਿਹਾ ਕਿਉਂ ਆਖ ਰਹੇ ਹੋ? ਇਸ ਲਈ ਕਿ ਜੇਕਰ ਮੈਂ ਉੱਥੇ ਪਹੁੰਚ ਗਈ ਨਾ ਤਾਂ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ, ਸਾਰਾ ਕ੍ਰੈਡਿਟ ਮੇਰੀ ਝੋਲੀ ਡਿੱਗ ਪਵੇਗਾ। ਸਮਝ ਗਿਆ ਮੈਡਮ, ਇੱਕਦਮ ਸਮਝ ਗਿਆ। ਸਮਝ ਗਏ ਤਾਂ ਮੈਨੂੰ ਪਰਦੇ ਪਿੱਛੇ ਹੀ ਰਹਿਣ ਦਿਓ। ਇਹ ਇੱਕ ਇੰਨਾ ਵੱਡਾ ਕਾਰਜ ਹੋਣ ਜਾ ਰਿਹਾ ਹੈ ਜੋ ਤੁਹਾਡੀ ਜ਼ਿੰਦਗੀ ਦੀ ਬਾਜੀ ਹੀ ਪਲਟ ਦੇਵੇਗਾ। ਇਸ ਦੇ ਲਈ ਮੈਂ ਤਾਂ ਸਾਰੀ ਉਮਰ ਤੁਹਾਡਾ ਸ਼ੁਕਰਗੁਜ਼ਾਰ ਰਹਾਂਗਾ। ਹੁਣੇ ਤਾਂ ਤੁਸੀਂ ਹਾਲਾਤ ਦਾ ਫਾਇਦਾ ਚੁੱਕਦੇ ਹੋਏ ਇਹਨੂੰ ਐਨ ਕੈਸ਼ ਕਰਕੇ ਪ੍ਰਸਿੱਧੀ ਹਾਸਲ ਕਰੋ, ਆਪਣਾ ਵੋਟ ਬੈਂਕ ਮਜ਼ਬੂਤ ਕਰੋ। ਧੰਨਵਾਦ ਦੀ ਗੱਲ ਫਿਰ ਕਦੇ ਕਰਨਾ ਜਦੋਂ ਮੈਂ ਇਲੈਕਸ਼ਨ ਲੜਨ ਲਈ ਰੂਲਿੰਗ ਪਾਰਟੀ ਦਾ ਟਿਕਟ ਦਵਾ ਦੇਵਾਂਗੀ। ਕਹਿੰਦੇ ਹੋਇਆਂ ਕੋਮਲ ਨੇ ਫੋਨ ਬੰਦ ਕਰ ਦਿੱਤਾ। ਅਗਲਾ ਅੰਕ। ਹੋਟਲ ਅੰਜਲੀ ਦੇ ਬਹੁਤ ਹੀ ਆਲੀਸ਼ਾਨ ਡਾਈਨਿੰਗ ਹਾਲ ਵਿੱਚ 10 ਕੁਰਸੀਆਂ ਵਾਲਾ ਖੂਬਸੂਰਤ ਟੇਬਲ ਲਜ਼ੀਜ਼ ਖਾਣਿਆਂ ਨਾਲ ਲਬਰੇਜ਼ ਪਿਆ ਹੋਇਆ ਸੀ। ਕੁਰਸੀਆਂ ਤੇ ਰਾਗਨੀ ਆਪਣੇ ਮੁੰਡੇ ਅਤੇ ਦਿੱਲੀ ਤੋਂ ਪਹੁੰਚੇ ਲੋਕਾਂ ਨਾਲ ਬੈਠੀ ਹੋਈ ਸੀ ਤਾਂ ਮੇਜ਼ ਦੇ ਦੂਜੇ ਪਾਸੇ ਸੇਠ ਬਿਸ਼ੰਬਰ ਨਾਥ ਆਪਣੇ ਪਰਿਵਾਰ ਸਮੇਤ ਬੈਠੇ ਸਨ। ਖਾਣਾ ਖਾਇਆ ਜਾ ਰਿਹਾ ਸੀ ਤਾਂ ਨਾਲ-ਨਾਲ ਗੱਲਾਂ ਦਾ ਦੌਰ ਵੀ ਚੱਲ ਰਿਹਾ ਸੀ। ਸਾਡੀ ਸਮਝ ਵਿੱਚ ਇਹ ਗੱਲ ਨਹੀਂ ਆਈ
ਪ੍ਰੋਫੈਸਰ ਸਾਹਿਬ ਕਿ ਇੰਨੀ ਵੱਡੀ ਦੁਨੀਆ ਵਿੱਚ ਆਪਣੀ ਸ਼ਾਦੀ ਲਈ ਤੁਸੀਂ ਸਾਡੀ ਰਾਗਨੀ ਨੂੰ ਹੀ ਕਿਉਂ ਪਸੰਦ ਕੀਤਾ? ਇੱਕ ਮੋਤਬਾਰ ਸ਼ਖਸ ਨੇ ਅਰੁਣ ਕੋਲੋਂ ਸਵਾਲ ਕੀਤਾ। ਉਹ ਵੀ ਆਪਣੇ ਸ਼ਹਿਰ ਤੋਂ ਇੰਨੀ ਦੂਰ ਦਿੱਲੀ ਵਿੱਚ? ਦੂਜੇ ਦਾ ਪ੍ਰਸ਼ਨ ਸੀ। ਤਦੇ ਇੱਕ ਹੋਰ ਸ਼ਖਸ ਕਹਿਣ ਲੱਗਾ, ਜਦੋਂ ਕਿ ਤੁਸੀਂ ਜਾਣਦੇ ਸੀ ਕਿ ਰਾਗਨੀ ਵਿਧਵਾ ਹੈ ਅਤੇ ਉਸਦੇ ਇੱਕ ਮੁੰਡਾ ਵੀ ਹੈ, ਉਂਝ ਰਾਗਨੀ ਦੇ ਬਾਰੇ ਵਿੱਚ ਤੁਹਾਨੂੰ ਦੱਸਿਆ ਕਿਸ ਨੇ ਸੀ? ਦੇਖੋ ਜਨਾਬ, ਅਰੁਣ ਨੇ ਜਵਾਬ ਵਿੱਚ ਕਹਿਣਾ ਸ਼ੁਰੂ ਕੀਤਾ, ਆਪਣੇ ਮੂੰਹ ਤੋਂ ਹੋਰ ਕੋਈ ਲਫ਼ਜ਼ ਕੱਢੇ ਬਗੈਰ, ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਪਿਤਾ ਜੀ ਦਾ ਤਾਰੁਫ ਤੁਹਾਡੇ ਨਾਲ ਕਰਵਾ ਦੇਵਾਂ। ਹਾਂਜੀ ਸ਼ੋਰ, ਬਿਲਕੁਲ ਬਿਲਕੁਲ, ਰਾਗਨੀ ਦੇ ਨਾਲ ਆਏ ਲੋਕਾਂ ਨੇ ਇੱਕੋ ਸਾਰ ਆਖਿਆ। ਮੇਰੇ ਪਿਤਾ ਜੀ ਸਰਕਾਰੀ ਗਜ਼ਟਡ ਅਫਸਰ ਸਨ। ਸਮਾਜ ਸੇਵਾ ਦਾ ਸ਼ੌਂਕ ਉਹਨਾਂ ਨੂੰ ਲੰਬੇ ਅਰਸੇ ਤੋਂ ਰਿਹਾ ਹੈ। ਰਿਟਾਇਰਮੈਂਟ ਤੋਂ ਬਾਅਦ ਤਾਂ ਉਹਨਾਂ ਦਾ ਮੁੱਖ ਉਦੇਸ਼ ਇਹੋ ਹੋ ਗਿਆ ਹੈ। ਇਹ ਕਿਸਮਤ ਨੂੰ ਨਾ ਮੰਨ ਕੇ ਇਨਸਾਨੀਅਤ ਨੂੰ ਤਰਜੀਹ ਦਿੰਦੇ ਹਨ। ਦਿੱਲੀ ਵਿੱਚ ਰਹਿਣ ਵਾਲੇ ਇਹਨਾਂ ਦੇ ਇੱਕ ਖਾਸ ਦੋਸਤ ਨੇ ਰਾਗਨੀ ਦੇ ਬਾਰੇ ਵਿੱਚ ਕਹਿ ਦਿੱਤਾ ਕਿ ਕਿਸਮਤ ਨੇ ਉਸਦੇ ਨਾਲ ਬਹੁਤ ਬੁਰਾ ਕੀਤਾ ਹੈ। ਉਹ ਸ਼ਖਸ ਉਸੇ ਫੈਕਟਰੀ ਮਾਲਕ ਦੇ ਦੋਸਤ ਹਨ ਜਿੱਥੇ ਕਿ ਰਾਗਨੀ ਨੌਕਰੀ ਕਰਦੀ ਸੀ। ਫੈਕਟਰੀ ਮਾਲਕ ਨੇ ਰਾਗਨੀ ਜੀ ਦੇ ਬਾਰੇ ਵਿੱਚ ਕਦੇ ਕੋਈ ਗੱਲ ਕੀਤੀ ਹੋਏਗੀ ਜੋ ਪਿਤਾ ਜੀ ਤੱਕ ਵੀ ਪਹੁੰਚ ਗਈ। ਪਿਤਾ ਜੀ ਨੇ ਮੈਨੂੰ ਸਿੱਧਿਆਂ ਹੀ ਆਖ ਦਿੱਤਾ ਕਿ ਬੇਸ਼ੱਕ ਕੁਝ ਹੀ ਹੋ ਜਾਵੇ, ਉਹ ਇਸੇ ਕੁੜੀ ਨੂੰ ਆਪਣੇ ਘਰ ਦੀ ਨੌਂ ਬਣਾਉਣਗੇ। ਅਰੁਣ ਨੇ ਇੱਕੋ ਸਾਹ ਆਖ ਦਿੱਤਾ। ਅੱਗੇ ਬੋਲਣ ਦੀ ਵਾਰੀ ਸੇਠ ਬਿਸ਼ੰਬਰ ਨਾਥ ਦੀ ਸੀ। ਉਹਨਾਂ ਨੇ ਦੱਸਿਆ ਤਾਂ ਜਿਵੇਂ ਇੱਕ ਛੋਟਾ ਮੋਟਾ ਭਾਸ਼ਣ ਹੀ ਦੇ ਦਿੱਤਾ। ਇਸ ਦਾ ਸਾਰ ਇੰਨਾ ਹੀ ਸੀ ਕਿ ਉਹ ਮਾਨਵਤਾ ਤੇ ਇਨਸਾਨੀਅਤ ਦੇ ਪੁਜਾਰੀ ਹਨ, ਜਿਸ ਲਈ ਸਮਾਜ ਸੇਵਾ ਤੋਂ ਵੱਧ ਕੇ ਕੋਈ ਧਰਮ ਨਹੀਂ। ਅੰਤ ਵਿੱਚ ਉਹਨਾਂ ਨੇ ਇਹੋ ਕਿਹਾ, ਰਾਗਨੀ ਧੀ ਨਾਲ ਜੋ ਮੈਂ ਆਪਣੇ ਲਾਇਕ ਬੇਟੇ ਦੀ ਸ਼ਾਦੀ ਕਰ ਰਿਹਾ ਹਾਂ, ਉਹ ਉਸ ਤੇ ਕੋਈ ਅਹਿਸਾਨ ਨਹੀਂ ਕਰ ਰਿਹਾ, ਬਲਕਿ ਤੁਹਾਡੀ ਸਾਰਿਆਂ ਦੀ ਬਦੌਲਤ ਉਹ ਮੇਰੇ ਤੇ ਅਹਿਸਾਨ ਕਰਨ ਜਾ ਰਹੀ ਹੈ। ਤੁਹਾਡੇ ਤੇ ਅਹਿਸਾਨ ਕਰਨ ਜਾ ਰਹੀ ਹੈ ਸਾਡੀ ਰਾਗਨੀ? ਉਹ ਕਿਵੇਂ ਭਾਈ ਸਾਹਿਬ? ਗੱਲ ਕੁਝ ਪੱਲੇ ਨਹੀਂ ਪਈ। ਇੱਕ ਸ਼ਖਸ ਨੇ ਬਿਸ਼ੰਬਰ ਨਾਥ ਦੇ ਚਿਹਰੇ ਵੱਲ ਤੱਕਦਿਆਂ ਪੁੱਛਿਆ। ਤਾਂ ਇਸ ਦਾ ਜਵਾਬ ਸੇਠ ਜੀ ਦੀ ਪਤਨੀ ਨੇ ਦਿੱਤਾ। ਇਹਨਾਂ ਦੇ ਅੰਦਰ ਹਮੇਸ਼ਾ ਪੁੰਨ ਖੱਟਣ ਦੀ ਲਲਕ ਰਹਿੰਦੀ ਹੈ। ਹੁਣ ਜਰਾ ਤੁਸੀਂ ਸੋਚੋ ਕਿ ਅਜਿਹਾ ਮੌਕਾ ਹੱਥ ਲੱਗੇ ਅਤੇ ਪੁੰਨ ਕਮਾਉਣ ਦਾ ਨਾ ਸੋਚਣ, ਐਸਾ ਭਲਾ ਕਦੇ ਹੋ ਸਕਦਾ ਹੈ? ਫਿਰ ਹਜ਼ੂਰ, ਇਹ ਸਾਰੀਆਂ ਸੰਯੋਗ ਦੀਆਂ ਗੱਲਾਂ ਹਨ। ਰਾਗਨੀ ਅਤੇ ਅਰੁਣ ਦਾ ਮਿਲਣ ਦਾ ਸੰਯੋਗ ਬਲਵਾਨ ਹੈ ਤਾਂ ਅਸੀਂ ਤੇ ਤੁਸੀਂ ਕਰ ਵੀ ਕੀ ਸਕਦੇ ਹਾਂ? ਹੁਣ ਤੱਕ ਖਾਣਾ ਖਤਮ ਹੋ ਚੁੱਕਿਆ ਸੀ ਅਤੇ ਗੱਲਾਂ ਬਾਤਾਂ ਦਾ ਦੌਰ ਵੀ। ਇਸ ਤੋਂ ਬਾਅਦ ਬਿਸ਼ੰਬਰ ਨਾਥ ਉਹਨਾਂ ਲੋਕਾਂ ਨੂੰ ਆਪਣੇ ਘਰ ਲੈ ਗਿਆ। ਉੱਥੇ ਥਾਂ ਥਾਂ ਦੀਵਾਰਾਂ ਤੇ ਦੇਸ਼ ਦੇ ਕਈ ਆਗੂਆਂ ਨਾਲ ਸੇਠ ਬਿਸ਼ੰਬਰ ਨਾਥ ਦੇ ਵੱਡ ਆਕਾਰੀ ਫੋਟੋਜ਼ ਲਟਕੇ ਹੋਏ ਸਨ। ਬਿਸ਼ੰਬਰ ਨਾਥ ਨੇ ਉਹਨਾਂ ਨੂੰ ਬਾਅਦ ਵਿੱਚ ਆਪਣੀਆਂ ਉਹ 2 ਫਾਈਲਾਂ ਵੀ ਦਿਖਾਈਆਂ ਜਿਨ੍ਹਾਂ 'ਚ ਉਸ ਨਾਲ ਸੰਬੰਧਿਤ ਸਮਾਜ ਸੇਵਾ ਦੀਆਂ ਕਲਿੱਪਿੰਗਸ ਸਨ। ਅੱਗੇ ਹੁਣ ਗੱਲ ਬਣਨ ਵਿੱਚ ਕੋਈ ਕਮੀ ਨਹੀਂ ਰਹਿ ਗਈ ਸੀ। ਅਗਲੇ ਰੋਜ਼ ਹੀ ਦੇਵ ਸਮਾਜ ਵਿਖੇ ਹਿੰਦੂ ਰਿਵਾਜ਼ਾਂ ਅਨੁਸਾਰ ਅਰੁਣ ਤੇ ਰਾਗਨੀ ਕਾਨੂੰਨਨ ਪਤੀ ਪਤਨੀ ਦੇ ਤੌਰ ਵਜੋਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਇਸ ਤੋਂ ਤੁਰੰਤ ਬਾਅਦ ਹੀ ਜਾ ਕੇ ਕੋਰਟ ਮੈਰਿਜ ਲਈ ਸ਼ਾਦੀ ਦੇ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਦਿੱਤਾ ਗਿਆ। ਰਾਗਨੀ ਫਿਰ ਤੋਂ ਦੁਲਹਨ ਬਣ ਕੇ ਆਪਣੀ ਨਵੀਂ ਸਸੁਰਾਲ ਆ ਗਈ, ਜਿੱਥੇ ਉਸਦਾ ਖੂਬ ਧੂਮ-ਧਾਮ ਨਾਲ ਆਦਰ ਸਤਿਕਾਰ ਹੋਇਆ। ਉਸਦਾ ਬੇਟਾ ਭਾਰਤ ਵੀ ਉਸਦੇ ਨਾਲ ਸੀ। ਅਗਲੇ ਦਿਨ ਨਾਰਾਇਣਪੁਰ ਦੇ ਸਭ ਤੋਂ ਵੱਡੇ ਅਤੇ 5 ਤਾਰਾ ਹੋਟਲ ਚੰਦਰੋਦੈ ਵਿੱਚ ਇਸ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ। ਇਸ ਵਿੱਚ ਉੱਘੀਆਂ ਸ਼ਖਸੀਅਤਾਂ ਤੋਂ ਇਲਾਵਾ ਤਮਾਮ ਪੱਤਰਕਾਰਾਂ ਨੂੰ ਵੀ ਸੱਦਿਆ ਗਿਆ ਸੀ। ਅਲਬੱਤਾ ਇਸ ਸੂਚੀ ਵਿੱਚ ਪੱਤਰਕਾਰ ਅਨਿਲ ਕੁਮਾਰ ਦਾ ਨਾਂ ਸ਼ਾਮਿਲ ਨਹੀਂ ਕੀਤਾ ਗਿਆ ਸੀ। ਕੋਮਲ ਨੇ ਕਿਤੇ ਸ਼ਿਰਕਤ ਨਹੀਂ ਸੀ ਕੀਤੀ, ਜਦੋਂ ਕਿ ਉਸਦੇ ਬਾਰੇ ਵਿੱਚ ਪੁੱਛਣ ਵਾਲਿਆਂ ਦੀ ਸੰਖਿਆ ਕਾਫੀ ਸੀ। ਇਸ ਬਾਰੇ ਵਿੱਚ ਸੇਠ ਬਿਸ਼ੰਬਰ ਨਾਥ ਸਾਰਿਆਂ ਤੋਂ ਇਹੀ ਕਹਿ ਕੇ ਥੱਕ ਗਿਆ ਸੀ ਕਿ ਮੈਡਮ ਭਾਰਤੀ ਜ਼ਰੂਰੀ ਕੰਮ ਨਾਲ ਦਿੱਲੀ ਗਏ ਹੋਏ ਹਨ। ਖੈਰ, ਸਾਰਾ ਕੰਮ ਬਹੁਤ ਚੰਗੀ ਤਰ੍ਹਾਂ ਨਜਿੱਠ ਲਿਆ ਗਿਆ। ਅਗਲਾ ਅੰਕ। ਵਕਤ ਆਪਣੀ ਰਫ਼ਤਾਰ ਨਾਲ ਅਗਾਂਹ ਵੱਧਦਾ ਜਾ ਰਿਹਾ ਸੀ। ਵੇਖਦਿਆਂ ਵੇਖਦਿਆਂ 1 ਸਾਲ ਦਾ ਸਮਾਂ ਨਿਕਲ ਗਿਆ। ਇਸ ਦੌਰਾਨ ਕੋਮਲ ਤੋਂ ਮਿਲਣ ਬਿਸ਼ੰਬਰ ਨਾਥ ਹੀ ਉਸਦੇ ਇੱਥੇ ਆਉਂਦਾ ਜਾਂਦਾ ਰਿਹਾ। ਕੋਮਲ ਕਦੇ ਵੀ ਉਸਦੇ ਇੱਥੇ ਨਹੀਂ ਪਹੁੰਚੀ।
ਬਿਸ਼ੰਬਰ ਨਾਥ ਤਾਂ ਇਲੈਕਸ਼ਨ ਵਿੱਚ ਪਾਰਟੀ ਟਿਕਟ ਬਾਰੇ ਹੀ ਪੁੱਛਣ ਆਇਆ ਕਰਦਾ ਸੀ। ਕੋਮਲ ਵੀ ਗੱਲਾਂ-ਗੱਲਾਂ ਵਿੱਚ ਆਪਣੀ ਭੈਣ ਬਾਰੇ ਸਾਰਾ ਕੁਝ ਜਾਣ ਲਿਆ ਕਰਦੀ ਸੀ। ਸ਼ਾਦੀ ਦੇ 3 ਮਹੀਨਿਆਂ ਬਾਅਦ ਰਾਗਨੀ ਗਰਭਵਤੀ ਹੋ ਗਈ ਸੀ ਅਤੇ ਹੁਣ ਡਿਲੀਵਰੀ ਲਈ ਉਹ ਸ਼ਹਿਰ ਦੇ ਉਨਮੁਕਤ ਮੈਟਰਨਿਟੀ ਹਸਪਤਾਲ ਵਿੱਚ ਭਰਤੀ ਸੀ। ਇਹਨਾਂ ਸਾਰੀਆਂ ਗੱਲਾਂ ਦੀ ਖਬਰ ਕੋਮਲ ਨੂੰ ਸੀ। ਉਹ ਆਪਣੀ ਦੀਦੀ ਨੂੰ ਲੈ ਕੇ ਚਿੰਤਿਤ ਵੀ ਸੀ ਅਤੇ ਵਾਰ-ਵਾਰ ਰੱਬ ਮੂਹਰੇ ਇਹੋ ਪ੍ਰਾਰਥਨਾ ਕਰ ਰਹੀ ਸੀ ਕਿ ਉਸਦੀ ਭੈਣ ਦੀ ਡਿਲੀਵਰੀ ਠੀਕ-ਠਾਕ ਹੋ ਜਾਏ। ਪਹਿਲਾਂ ਸੇਠ ਬਿਸ਼ੰਬਰ ਨਾਥ ਖੁਦ ਆ ਜਾਂਦਾ ਸੀ। ਫੋਨ ਤਾਂ ਉਸਦਾ ਕਰੀਬ ਰੋਜ਼ਾਨਾ ਹੀ ਆ ਜਾਂਦਾ ਸੀ, ਪਰ ਹੁਣ ਪਿਛਲੇ ਕਈ ਦਿਨਾਂ ਤੋਂ ਉਹ ਨਾ ਖੁਦ ਆਇਆ ਸੀ ਅਤੇ ਨਾ ਹੀ ਉਸਦੀ ਕੋਈ ਕਾਲ ਆਦਿ ਹੀ ਆਈ ਸੀ। ਟਾਈਮ ਦੇ ਹਿਸਾਬ ਨਾਲ ਹੁਣ ਤੱਕ ਡਿਲੀਵਰੀ ਹੋ ਜਾਣੀ ਚਾਹੀਦੀ ਸੀ ਜਾਂ ਫਿਰ ਹੋਣ ਵਾਲੀ ਹੋਏਗੀ, ਮਗਰ ਸੇਠ ਜੀ ਵੱਲੋਂ ਇਸ ਸੰਬੰਧੀ ਕੋਈ ਫੋਨ ਨਹੀਂ ਆ ਰਿਹਾ ਸੀ। ਖੁਦ ਹਸਪਤਾਲ ਜਾ ਕੇ ਜਾਂ ਫੋਨ ਕਰਨਾ ਕੋਮਲ ਨੂੰ ਠੀਕ ਨਹੀਂ ਸੀ ਲੱਗ ਰਿਹਾ, ਪਰ ਹੁਣ ਉਸ ਤੋਂ ਰਿਹਾ ਵੀ ਨਹੀਂ ਜਾ ਰਿਹਾ ਸੀ। ਸੋ ਉਸ ਦਿਨ ਉਹਨੇ ਮਨ ਕਰੜਾ ਕਰਕੇ ਬਿਸ਼ੰਬਰ ਨਾਥ ਨੂੰ ਫੋਨ ਮਿਲਾ ਲਿਆ। ਕਾਫੀ ਦੇਰ ਤੱਕ ਘੰਟੀ ਵੱਜਣ ਤੋਂ ਬਾਅਦ ਉਧਰੋਂ ਫੋਨ ਸੇਠ ਦੇ ਨੌਕਰ ਨੇ ਚੱਕਿਆ। ਉਹ ਬਹੁਤ ਘਬਰਾਇਆ ਹੋਇਆ ਸੀ। ਕੋਮਲ ਨੇ ਵੀ ਤੇਜ਼ੀ ਨਾਲ ਉਸਨੂੰ ਕਿਹਾ, ਦੇਖੋ ਬਿਸ਼ੰਬਰ ਨਾਥ ਜੀ ਨੂੰ ਕਹੋ ਕਿ ਮੈਡਮ ਭਾਰਤੀ ਦਾ ਫੋਨ ਹੈ। ਅਰੇ ਬੀਬੀ ਜੀ, ਵੱਡੇ ਸਾਹਿਬ ਦੀ ਤਬੀਅਤ ਅਚਾਨਕ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ, ਨੌਕਰ ਨੇ ਦੱਸਿਆ। ਕਿਉਂ, ਕੀ ਹੋਇਆ ਉਹਨਾਂ ਨੂੰ? ਕੁਝ ਦਿਨਾਂ ਤੋਂ ਤਬੀਅਤ ਖਰਾਬ ਹੀ ਚੱਲ ਰਹੀ ਸੀ, ਫਿਰ ਠੀਕ ਵੀ ਹੋ ਗਈ ਸੀ। ਅੱਜ ਬੈਠਿਆਂ ਅਚਾਨਕ ਬਿਸਤਰ ਤੇ ਹੀ ਬੇਹੋਸ਼ ਹੋ ਕੇ ਲੁੜਕ ਗਏ ਸਨ। ਮੇਰੀ ਤਾਂ ਕੁਝ ਸਮਝ ਵਿੱਚ ਨਹੀਂ ਆ ਰਿਹਾ। ਘਰ ਤੇ ਵੀ ਇਸ ਵਕਤ ਕੋਈ ਨਹੀਂ ਹੈ। ਕਿਉਂ, ਤੁਹਾਡੀ ਬੀਬੀ ਜੀ ਕਿੱਥੇ ਹਨ? ਅਰੁਣ ਅਤੇ ਉਸਦੀ ਪਤਨੀ ਵਗੈਰਾ ਤਾਂ ਘਰ ਹੀ ਹੋਣਗੇ ਨਾ? ਉਹ ਸਭ ਤਾਂ ਹਸਪਤਾਲ ਗਏ ਹਨ। ਛੋਟੀ ਬੀਬੀ ਜੀ ਦੇ ਅੱਜ ਬੱਚਾ ਹੋਇਆ ਹੈ ਨਾ। ਘਰ ਵਿੱਚ ਤਾਂ ਸਿਰਫ ਮੈਂ ਅਤੇ ਸੇਠ ਜੀ ਹਨ। ਹੁਣ ਉਹ ਵੀ ਬੇਹੋਸ਼ ਪਏ ਹੋਏ ਹਨ। ਮੇਰੀ ਤਾਂ ਸਮਝ ਵਿੱਚ ਕੁਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ। ਕੋਮਲ ਨੇ ਉਸਦੀ ਗੱਲ ਤੇ ਸੋਚਣਾ ਸ਼ੁਰੂ ਕਰ ਦਿੱਤਾ। ਘਰ ਵਿੱਚ ਸਿਵਾਏ ਬਿਸ਼ੰਬਰ ਨਾਥ ਅਤੇ ਉਸਦੇ ਨੌਕਰ ਦੇ ਹੋਰ ਕੋਈ ਨਹੀਂ ਸੀ। ਫਿਰ ਬਿਸ਼ੰਬਰ ਨਾਥ ਨੂੰ ਅਜਿਹੀ ਹਾਲਤ ਵਿੱਚ ਕਿਸੇ ਮਦਦ ਦੀ ਸਖਤ ਜ਼ਰੂਰਤ ਵੀ ਸੀ। ਰਾਗਨੀ ਦੀਦੀ ਨੂੰ ਅੱਜ ਬੱਚਾ ਹੋਇਆ ਸੀ ਤਾਂ ਉਹ ਇੰਨੀ ਛੇਤੀ ਵਾਪਸ ਘਰ ਨਹੀਂ ਪਰਤ ਸਕਦੀ। ਇੰਨਾ ਸਭ ਸੋਚਣ ਤੋਂ ਬਾਅਦ ਕੋਮਲ ਨੇ ਨੌਕਰ ਨੂੰ ਦੱਸਿਆ, ਤੂੰ ਘਬਰਾ ਨਾ, ਮੈਂ ਡਾਕਟਰ ਨੂੰ ਲੈ ਕੇ ਹੁਣੇ ਉੱਥੇ ਪਹੁੰਚਦੀ ਹਾਂ। ਅਗਲਾ ਅੰਕ। ਜਿਸ ਵਕਤ ਕੋਮਲ ਬਿਸ਼ੰਬਰ ਨਾਥ ਦੇ ਘਰ ਪਹੁੰਚੀ, ਉਹ ਹਜੇ ਤੱਕ ਬੇਹੋਸ਼ ਪਏ ਸਨ। ਡਾਕਟਰ ਸਤੀਸ਼ ਵਰਮਾ ਨੂੰ ਕੋਮਲ ਉਹਨਾਂ ਦੇ ਕਲੀਨਿਕ ਵਿੱਚੋਂ ਆਪਣੇ ਨਾਲ ਲੈ ਆਈ ਸੀ। ਉਹਨਾਂ ਨੇ ਸੇਠ ਜੀ ਦਾ ਚੈੱਕਅਪ ਕਰਨ ਮਗਰੋਂ ਦੱਸਿਆ, ਬਲੱਡ ਪ੍ਰੈਸ਼ਰ ਅਚਾਨਕ ਸ਼ੂਟ ਹੋਣ ਕਾਰਨ ਇਹ ਬੇਹੋਸ਼ੀ ਵਿੱਚ ਚਲੇ ਗਏ ਸਨ। ਡਰਨ ਵਾਲੀ ਕੋਈ ਗੱਲ ਨਹੀਂ ਹੈ। ਮੈਂ ਇਹਨਾਂ ਨੂੰ ਇੰਜੈਕਸ਼ਨ ਦੇ ਰਿਹਾ ਹਾਂ, ਹਜੇ ਥੋੜੀ ਦੇਰ ਵਿੱਚ ਹੋਸ਼ ਵਿੱਚ ਆ ਜਾਣਗੇ। ਡਾਕਟਰ ਅਤੇ ਕੋਮਲ ਉੱਥੇ ਬਹਿ ਕੇ ਬਿਸ਼ੰਬਰ ਨਾਥ ਦੇ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਕਰਨ ਲੱਗੇ। ਨੌਕਰ ਉਹਨਾਂ ਲਈ ਪਾਣੀ ਲੈ ਕੇ ਆਇਆ ਤਾਂ ਕੋਮਲ ਨੇ ਸਹਿਜ ਹੀ ਉਸ ਤੋਂ ਪੁੱਛਿਆ, ਛੋਟੀ ਬੀਬੀ ਜੀ ਦੇ ਕੀ ਹੋਇਆ ਹੈ, ਮੁੰਡਾ ਜਾਂ ਕੁੜੀ? ਲੜਕੀ ਹੋਈ ਹੈ ਜੀ। ਚਲੋ ਵਧੀਆ ਹੈ, ਲక్ష్ਮੀ ਆ ਗਈ ਘਰ ਵਿੱਚ। ਇਸ ਤੋਂ ਬਾਅਦ ਡਾਕਟਰ ਅਤੇ ਕੋਮਲ ਇਸੇ ਮੁੱਦੇ ਤੇ ਬੈਠੇ ਗੱਲਾਂ ਕਰਦੇ ਰਹੇ। ਕੋਈ ਅੱਧੇ ਘੰਟੇ ਬਾਅਦ ਬਿਸ਼ੰਬਰ ਨਾਥ ਨੂੰ ਹੋਸ਼ ਆ ਗਿਆ। ਕੋਮਲ ਨੂੰ ਆਪਣੇ ਸਾਹਮਣੇ ਪਾ ਕੇ ਤਾਂ ਜਿਵੇਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੁਬਾਰਕ ਹੋਵੇ ਦਾਦਾ ਜੀ, ਘਰ ਵਿੱਚ ਲక్ష్ਮੀ ਆ ਗਈ। ਡਾਕਟਰ ਵਰਮਾ ਅਤੇ ਕੋਮਲ ਨੇ ਇੱਕੋ ਸਾਰ ਆਖਿਆ। ਹਾਂ, ਤੁਹਾਨੂੰ ਵੀ ਮੁਬਾਰਕਾਂ ਜੀ। ਪੋਤਾ ਤਾਂ ਪਹਿਲਾਂ ਹੀ ਸੀ, ਹੁਣ ਪੋਤੀ ਵੀ ਆ ਗਈ। ਪੂਰੇ ਸ਼ਹਿਰ ਵਿੱਚ ਲੱਡੂ ਵੰਡਾਂਗਾ ਮੈਂ ਆਪਣੇ ਇੱਥੇ ਪੋਤੀ ਆਉਣ ਦੀ, ਕੋਮਲ ਵੱਲ ਵੇਖਦਿਆਂ ਸੇਠ ਨੇ ਆਖਿਆ। ਫਿਰ ਡਾਕਟਰ ਵਰਮਾ ਨਾਲ ਮੁਖਾਤਿਬ ਹੁੰਦਿਆਂ ਹੋਇਆ ਪੁੱਛਿਆ, ਡਾਕਟਰ ਸਾਹਿਬ, ਇਹ ਅਚਾਨਕ ਮੈਨੂੰ ਕੀ ਹੋ ਗਿਆ ਸੀ? ਕੁਝ ਨਹੀਂ ਹੋਇਆ ਸੀ ਸਰ, ਤੁਹਾਡਾ ਸੌਣ ਦਾ ਮੂਡ ਹੋਇਆ ਸੀ। ਕੁਝ ਦੇਰ ਨੂੰ ਤੁਸੀਂ ਸੌਣ ਚਲੇ ਗਏ ਸੀ ਅਤੇ ਹੁਣ ਫਰੈਸ਼ ਹੋ ਕੇ ਉੱਠ ਬੈਠੇ ਹੋ, ਡਾਕਟਰ ਵਰਮਾ ਨੇ ਹੱਸਦਿਆਂ ਦੱਸਿਆ। ਉਹਨਾਂ ਦੀ ਇਸ ਗੱਲ ਤੇ ਖੁਦ ਬਿਸ਼ੰਬਰ ਨਾਥ ਹੱਸੇ ਤਾਂ ਕੋਮਲ ਵੀ ਹੱਸ ਪਈ। ਇਸ ਉਪਰੰਤ ਬਿਸ਼ੰਬਰ ਨਾਥ ਦੇ ਕਹਿਣ ਤੇ ਨੌਕਰ ਚਾਹ ਮਠਿਆਈ ਆਦਿ ਲੈ ਕੇ ਆਇਆ। ਅੱਧਾ ਪੌਣਾ ਘੰਟਾ ਇਸ ਵਿੱਚ ਗੁਜ਼ਰ ਗਿਆ। ਕੁੱਲ ਮਿਲਾ ਕੇ ਕਰੀਬ 2 ਘੰਟੇ ਗੁਜ਼ਰ ਚੱਲੇ ਸਨ ਕੋਮਲ ਨੂੰ ਉੱਥੇ। ਇਸ ਮਗਰੋਂ ਉਸਨੇ ਬਿਸ਼ੰਬਰ ਨਾਥ ਤੋਂ ਜਾਣ ਦੀ ਇਜਾਜ਼ਤ ਲੈਂਦਿਆਂ ਡਾਕਟਰ ਵਰਮਾ ਨੂੰ ਕਿਹਾ, ਆਓ ਡਾਕਟਰ ਸਾਹਿਬ, ਮੈਂ ਰਸਤੇ ਵਿੱਚ ਤੁਹਾਨੂੰ ਡ੍ਰੌਪ ਕਰਦੇ ਜਾਵਾਂਗੇ। ਡਾਕਟਰ ਵਰਮਾ ਉੱਠ ਖੜੇ ਹੋਏ ਤਾਂ ਕੋਮਲ ਅਤੇ ਡਾਕਟਰ ਦਾ ਧੰਨਵਾਦ ਕਹਿੰਦਿਆਂ ਹੋਇਆ
ਸੇਠ ਬਿਸ਼ੰਬਰਨਾਥ ਨੇ ਆਖਿਆ, ਮੈਂ ਵੀ ਤੁਹਾਡੇ ਨਾਲ ਮੇਨ ਗੇਟ ਤੱਕ ਚੱਲਦਾ ਹਾਂ। ਬਿਸ਼ੰਬਰਨਾਥ ਦੇ ਬੈਡਰੂਮ ਤੋਂ ਨਿਕਲ ਇਹ ਲੋਕ ਕੋਠੀ ਦੇ ਮੇਨ ਗੇਟ ਤੱਕ ਪਹੁੰਚੇ ਹੀ ਸਨ ਕਿ ਗੇਟ ਕੋਲ ਆ ਕੇ ਇੱਕ ਕਾਰ ਰੁਕੀ। ਇਸ ਵਿੱਚੋਂ ਪਹਿਲਾਂ ਅਰੁਣ ਉਤਰਿਆ, ਫਿਰ ਉਤਰੀ ਮਿਸਿਸ ਬਿਸ਼ੰਬਰਨਾਥ, ਜਿਨ੍ਹਾਂ ਨੇ ਰਾਗਨੀ ਨੂੰ ਮੋਢਿਆਂ ਤੋਂ ਫੜਿਆ ਹੋਇਆ ਸੀ ਅਤੇ ਰਾਗਨੀ ਨੇ ਆਪਣੇ ਹੱਥਾਂ 'ਚ ਨੰਨੀ ਬੱਚੀ ਨੂੰ ਚੁੱਕਿਆ ਹੋਇਆ ਸੀ। ਇਸ ਦਾ ਮਤਲਬ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਹੋ ਗਈ ਸੀ ਤੇ ਉਹ ਆਪਣੀ ਨਵਜੰਮੀ ਧੀ ਨੂੰ ਲੈ ਕੇ ਘਰ ਆ ਪਹੁੰਚੀ ਸੀ। ਇਹ ਦ੍ਰਿਸ਼ ਦੇਖ ਕੇ ਕੋਮਲ ਦੇ ਤਾਂ ਪੈਰਾਂ ਹੇਠੋਂ ਜ਼ਮੀਨ ਸਰਕ ਗਈ। ਜਿਸ ਗੱਲ ਤੋਂ ਡਰ ਰਹੀ ਸੀ ਉਹ ਹੀ ਹੋਣ ਜਾ ਰਹੀ ਸੀ। ਹੁਣ ਬਿਸ਼ੰਬਰਨਾਥ ਨੂੰ ਗੁੱਡ ਬਾਏ ਕਹਿਣ ਨੂੰ ਹੋਈ ਤਾਂ ਇਸੇ ਵਿਚਕਾਰ ਸੇਠ ਰਾਗਨੀ ਕੋਲ ਲਪਕ ਕੇ ਜਾ ਪਹੁੰਚਿਆ ਸੀ। ਡਾਕਟਰ ਵੀ ਉਸ ਪਾਸੇ ਵੱਧ ਗਿਆ ਸੀ। ਸਾਰਿਆਂ ਦਾ ਧਿਆਨ ਰਾਗਨੀ ਦੇ ਬੱਚੇ ਵੱਲ ਸੀ। ਮੌਕਾ ਦੇਖ ਕੇ ਕੋਮਲ ਸਿਰ ਹੇਠਾਂ ਕੀਤਿਆਂ ਉੱਥੋਂ ਖਿਸਕਣ ਨੂੰ ਹੋਈ। ਤਦੇ ਉਸਦੇ ਕੰਨਾਂ ਵਿੱਚ ਬਿਸ਼ੰਬਰਨਾਥ ਦੀ ਆਵਾਜ਼ ਪਈ, ਤੁਸੀਂ ਕਿੱਥੇ ਜਾ ਰਹੇ ਹੋ ਮੈਡਮ? ਇੱਥੇ ਆ ਕੇ ਪਹਿਲਾਂ ਮੇਰੀ ਪੋਤੀ ਦੇ ਦਰਸ਼ਨ ਤਾਂ ਕਰ ਲਓ। ਇਸ ਤੇ ਸਾਰਿਆਂ ਦੀਆਂ ਨਜ਼ਰਾਂ ਕੋਮਲ ਤੇ ਜਾ ਪਈਆਂ, ਰਾਗਨੀ ਦੀਆਂ ਵੀ। ਬਿਸ਼ੰਬਰਨਾਥ ਦੀ ਆਵਾਜ਼ ਤੇ ਕੋਮਲ ਦਾ ਸਿਰ ਉੱਠ ਗਿਆ ਸੀ, ਪਰ ਰਾਗਨੀ ਨਾਲ ਅੱਖਾਂ ਮਿਲਾਉਂਦਿਆਂ ਹੀ ਉਸਨੇ ਅੱਖਾਂ ਝੁਕਾ ਲਈਆਂ। ਕੋਮਲ ਨੇ ਬੇਸ਼ੱਕ ਆਪਣਾ ਗੈਟਅਪ ਬਦਲ ਲਿਆ ਸੀ, ਪਰ ਰਾਗਨੀ ਨੇ ਉਸਨੂੰ ਪਹਿਲੀ ਹੀ ਨਜ਼ਰ 'ਚ ਪਛਾਣ ਲਿਆ ਸੀ। ਇੱਕ ਲੰਬੇ ਅਰਸੇ ਬਾਅਦ ਇਸ ਤਰ੍ਹਾਂ ਅਚਾਨਕ ਉਸਨੂੰ ਆਪਣੇ ਸਾਹਮਣੇ ਦੇਖ ਕੇ ਪਹਿਲਾਂ ਤਾਂ ਉਹ ਹੈਰਾਨ ਹੋ ਗਈ, ਫਿਰ ਉਹ ਗੁੱਸੇ ਵਿੱਚ ਭਰਦਿਆਂ ਕਹਿਣ ਲੱਗੀ, ਕੋਮਲ, ਤੂੰ ਕੋਮਲ ਹੀ ਹੈ ਨਾ? ਹਾਂ ਹਾਂ, ਕੋਮਲ ਹੀ ਤਾਂ ਹੈ। ਨਾਂ ਦੀ ਕੋਮਲ ਅਤੇ ਅੰਦਰੋਂ ਇੰਨੀ ਬੇਰਹਿਮ ਅਤੇ ਖੁਦਗਰਜ਼ ਕਿ ਆਪਣੀ ਹੀ ਭੈਣ ਦਾ ਸੁਹਾਗ ਖੋ ਕੇ ਲੈ ਗਈ। ਹੁਣ ਇੱਥੇ ਕੀ ਕਰਨ ਆਈ ਹੈ? ਕੀ ਮੇਰੇ ਇਸ ਪਤੀ ਨੂੰ ਵੀ ਖੋਹਣ ਆਈ ਹੈ? ਕੀ ਤੇਰੇ ਤੋਂ ਮੇਰਾ ਸੁੱਖ ਕਦੇ ਬਰਦਾਸ਼ਤ ਨਹੀਂ ਹੋਏਗਾ? ਰਾਗਨੀ ਦੇ ਇਸ ਵਿਵਹਾਰ ਅਤੇ ਉਸਦੀਆਂ ਇਹਨਾਂ ਗੱਲਾਂ ਤੇ ਸਾਰੇ ਹੈਰਾਨ ਪਰੇਸ਼ਾਨ ਹੋ ਰਹੇ ਸਨ। ਸਭ ਤੋਂ ਵੱਧ ਹੈਰਾਨੀ ਹੋ ਰਹੀ ਸੀ ਸੇਠ ਬਿਸ਼ੰਬਰਨਾਥ ਨੂੰ। ਉਸਨੇ ਰਾਗਨੀ ਦੇ ਸਿਰ ਤੇ ਹੱਥ ਫੇਰਦਿਆਂ ਪੁੱਛਿਆ, ਕੀ ਹੋਇਆ ਧੀਏ? ਫਿਰ ਕੋਮਲ ਵੱਲ ਇਸ਼ਾਰਾ ਕਰਦਿਆਂ ਕਿਹਾ, ਇਹ ਮਿਸ ਗੀਤਾ ਭਾਰਤੀ ਨੇ, ਬਹੁਤ ਵੱਡੇ ਸੋਸ਼ਲ ਵਰਕਰ। ਧੀਏ, ਪੂਰੇ ਸ਼ਹਿਰ ਵਿੱਚ ਇਹਨਾਂ ਦੀ ਤੂਤੀ ਬੋਲਦੀ ਹੈ। ਇਹ ਤਾਂ ਹਮੇਸ਼ਾ ਸਰਬੱਤ ਦਾ ਭਲਾ ਚਾਹੁੰਦੇ ਹਨ। ਅਰੁਣ ਨਾਲ ਜੋ ਤੇਰੀ ਸ਼ਾਦੀ ਹੋਈ ਹੈ ਨਾ, ਇਹ ਸਭ ਕੁਝ ਇਹਨਾਂ ਦਾ ਹੀ ਆਸ਼ੀਰਵਾਦ ਹੈ। ਇਸ ਤੋਂ ਬਾਅਦ ਬਿਸ਼ੰਬਰਨਾਥ ਤਮਾਮ ਉਸ ਕਹਾਣੀ ਦਾ ਜ਼ਿਕਰ ਕਰਨ ਲੱਗੇ ਜਿਸ ਤਹਿਤ ਮਿਸ ਭਾਰਤੀ ਨੇ ਖੁਦ ਪਰਦੇ ਪਿੱਛੇ ਰਹਿੰਦੇ ਹੋਏ ਰਾਗਨੀ ਨਾਲ ਅਰੁਣ ਦਾ ਵਿਆਹ ਕਰਵਾ ਕੇ ਇਸ ਦਾ ਸਾਰਾ ਸਿਹਰਾ ਉਹਨਾਂ ਸਿਰ ਬੰਨ੍ਹ ਦਿੱਤਾ। ਹਜੇ ਇਹ ਕਹਾਣੀ ਜਾਰੀ ਹੀ ਸੀ ਕਿ ਉੱਥੇ ਆ ਕੇ ਇੱਕ ਮੋਟਰਸਾਈਕਲ ਰੁਕੀ, ਜਿਸ ਤੋਂ ਉਤਰ ਕੇ ਪੱਤਰਕਾਰ ਅਨਿਲ ਕੁਮਾਰ ਅੰਦਰ ਚਲਾ ਆਇਆ। ਉਹ ਸਿੱਧਾ ਕੋਮਲ ਕੋਲ ਪਹੁੰਚ ਕੇ ਕਹਿਣ ਲੱਗਾ, ਜੇਪੀ ਹਸਪਤਾਲ ਵਿੱਚ ਇੱਕ ਮਰੀਜ਼ ਪਿਛਲੇ ਕਈ ਸਾਲਾਂ ਤੋਂ ਕੋਮਾ ਵਿੱਚ ਸੀ। ਹੁਣ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਆ ਗਿਆ ਹੈ। ਮੈਂ ਉਸ ਨੂੰ ਹਸਪਤਾਲ ਇੰਟਰਵਿਊ ਕਰਨ ਗਿਆ ਤਾਂ ਇਹ ਦੇਖ ਕੇ ਸੁੰਨ ਹੋ ਗਿਆ ਕਿ ਉਹ ਪਰਮਜੀਤ ਹਨ, ਰਾਗਨੀ ਦੇ ਪਤੀ। ਅਨਿਲ ਕੁਮਾਰ ਦੇ ਇਹਨਾਂ ਜੁਮਲਿਆਂ ਨਾਲ ਸਾਰਿਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ। ਉਸ ਨੇ ਉਹਨਾਂ ਸਾਰਿਆਂ ਨੂੰ ਹਸਪਤਾਲ ਚੱਲਣ ਦੀ ਅਪੀਲ ਕੀਤੀ। ਅਗਲਾ ਅੰਕ। ਜੇਪੀ ਹਸਪਤਾਲ ਦੇ ਇੱਕ ਵਾਰਡ ਵਿੱਚ ਉਹਨਾਂ ਸਾਰੀਆਂ ਸ਼ਖਸੀਅਤਾਂ ਤੋਂ ਇਲਾਵਾ ਕਈ ਡਾਕਟਰ ਵੀ ਮੌਜੂਦ ਸਨ। ਉਹਨਾਂ ਦੀ ਹਾਜ਼ਰੀ ਵਿੱਚ ਪਰਮਜੀਤ ਆਪਣੇ ਕੋਮਾ ਜਾਣ ਤੋਂ ਪਹਿਲਾਂ ਦੀ ਦਾਸਤਾਨ ਸੁਣਾ ਰਿਹਾ ਸੀ। ਮੈਂ ਨਹੀਂ ਜਾਣਦਾ ਮੇਰੇ ਤੋਂ ਐਸੀ ਕੀ ਖਤਾ ਹੋ ਗਈ ਸੀ ਕਿ ਸਾਡਾ ਮਕਾਨ ਮਾਲਕ ਸੇਠ ਰਾਮਦਿਆਲ ਮੇਰੇ ਤੋਂ ਇਸ ਕਦਰ ਖਫਾ ਹੋ ਗਿਆ ਕਿ ਉਸਨੇ ਦਫ਼ਤਰ ਕੋਲੋਂ ਮੈਨੂੰ ਘਰ ਤੱਕ ਜਾਣ ਲਈ ਆਪਣੀ ਗੱਡੀ 'ਚ ਲਿਫਟ ਦੇ ਦਿੱਤੀ ਅਤੇ ਫਿਰ ਗੱਡੀ 'ਚ ਸਵਾਰ 3-4 ਹੋਰ ਜਣਿਆਂ ਨੇ ਮੈਨੂੰ ਸੁੰਨਮਸਾਨ ਜਗ੍ਹਾ ਤੇ ਲਿਜਾ ਕੇ ਅਤੇ ਮੇਰੇ ਸਾਰੇ ਕੱਪੜੇ ਉਤਰਵਾ ਕੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਫਿਰ ਚੁੱਕ ਕੇ ਮੈਨੂੰ ਡੂੰਘੇ ਟੋਏ ਵਿੱਚ ਸੁੱਟ ਦਿੱਤਾ। ਸਾਡੇ ਇੱਥੇ ਇਹਨਾਂ ਨੂੰ ਪੁਲਿਸ ਲਿਆਈ ਸੀ। ਉਦੋਂ ਇਹਨਾਂ ਦੀ ਹਾਲਤ ਇੰਨੀ ਖਰਾਬ ਸੀ ਕਿ ਬਚਣ ਦੀ ਜ਼ਰਾ ਜਿੰਨੀ ਵੀ ਉਮੀਦ ਬਾਕੀ ਨਹੀਂ ਸੀ। ਜਿਸਮ ਦਾ ਕੋਈ ਅੰਗ ਐਸਾ ਨਹੀਂ ਸੀ ਕਿ ਜਿੱਥੇ ਸੱਟ ਫੇਟ ਨਾ ਵੱਜੀ ਹੋਵੇ। ਇਹ ਕੋਮਾ ਵਿੱਚ ਜਾ ਚੁੱਕੇ ਸਨ। ਇਹਨਾਂ ਨੂੰ ਮਿਲਣ ਕਦੇ ਕੋਈ ਹਸਪਤਾਲ ਵਿੱਚ ਨਹੀਂ ਆਇਆ। ਅਸੀਂ ਇਸ ਬਾਰੇ ਕਈ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਕਢਵਾਏ ਸਨ, ਪਰ ਇਹਨਾਂ ਦੀ ਸ਼ਨਾਖਤ ਨਹੀਂ ਹੋ ਸਕੀ ਸੀ। ਅਸੀਂ ਇਹਨਾਂ ਦਾ ਇਲਾਜ ਕਰਦੇ ਰਹੇ। ਹੁਣ ਇੰਨੇ ਸਾਲਾਂ ਮਗਰੋਂ ਅੱਜ ਸਾਨੂੰ ਇਹ ਸਫਲਤਾ ਹਾਸਲ ਹੋਈ ਹੈ। ਇਹ ਪੂਰੀ ਤਰ੍ਹਾਂ ਠੀਕ
ਹੋ ਗਏ ਹਨ। ਜੋ 2-4 ਦਿਨਾਂ ਬਾਅਦ ਇਹਨਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਜਾਏਗਾ, ਇੱਕ ਸੀਨੀਅਰ ਡਾਕਟਰ ਨੇ ਦੱਸਿਆ ਸੀ। ਇੱਥੋਂ ਨਿਕਲਦੇ ਹੀ ਮੈਂ ਸੇਠ ਰਾਮਦਿਆਲ ਦੇ ਖਿਲਾਫ ਪੁਲਿਸ ਵਿੱਚ ਰਿਪੋਰਟ ਦਰਜ ਕਰਵਾ ਕੇ ਉਸ ਨੂੰ ਉਹਦੇ ਕੀਤੇ ਦੀ ਸਜ਼ਾ ਦਿਵਾਵਾਂਗਾ। ਡਾਕਟਰ ਦੀ ਗੱਲ ਖਤਮ ਹੁੰਦਿਆਂ ਹੀ ਪਰਮਜੀਤ ਨੇ ਆਪਣੀਆਂ ਮੁੱਠੀਆਂ ਭਿੱਚਦਿਆਂ ਆਖਿਆ। ਕੋਮਲ ਨੇ ਉਸਦੇ ਕੋਲ ਆ ਕੇ ਉਹਦਾ ਹੱਥ ਆਪਣੇ ਹੱਥਾਂ ਵਿੱਚ ਲੈਂਦਿਆਂ ਦੱਸਿਆ, ਉਸ ਕਮੀਨੇ ਨੂੰ ਉਸਦੇ ਕਰਮਾਂ ਦੀ ਸਜ਼ਾ ਭਗਵਾਨ ਦੇ ਇਸ ਤਰ੍ਹਾਂ ਦੇ ਦਿੱਤੀ ਹੈ ਕਿ ਸੁਣ ਕੇ ਮੌਤ ਖੁਦ ਵੀ ਦਹਿਲ ਜਾਏ। ਸੇਠ ਰਾਮਦਿਆਲ ਦਾ ਪੂਰਾ ਪਰਿਵਾਰ ਕਿਤੇ ਜਾ ਰਿਹਾ ਸੀ ਕਿ ਉਹਨਾਂ ਦੀ ਕਾਰ ਸਲਿੱਪ ਹੋ ਕੇ ਇੱਕ ਡੂੰਘੀ ਖੱਡ ਵਿੱਚ ਲੁੜਕ ਕੇ ਅੱਗ ਫੜ ਗਈ ਸੀ। ਮੌਕੇ ਤੇ ਹੀ ਸਾਰਿਆਂ ਦੀ ਦਰਦਨਾਕ ਮੌਤ ਹੋ ਗਈ ਸੀ। ਉਹਨਾਂ ਦੀਆਂ ਲਾਸ਼ਾਂ ਤੱਕ ਪਛਾਣ ਪਾਉਣਾ ਔਖਾ ਹੋ ਗਿਆ ਸੀ। ਅਗਲਾ ਅੰਕ। ਪਰਮਜੀਤ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਸੀ। ਕੋਮਲ ਨੂੰ ਲੈ ਕੇ ਰਾਗਨੀ ਤੱਕ ਹੁਣ ਸਾਰੇ ਲੋਕ ਬਿਸ਼ੰਬਰ ਨਾਥ ਦੇ ਨਿੱਜੀ ਕਮਰੇ ਵਿੱਚ ਬੈਠੇ ਚੱਕਰਵਿਊਹ ਦੀ ਤਰ੍ਹਾਂ ਸਾਹਮਣੇ ਆ ਗਏ ਹਾਲਾਤ ਤੇ ਸਲਾਹ ਮਸ਼ਵਰਾ ਕਰ ਰਹੇ ਸਨ। ਹੁਣ ਤੱਕ ਸਾਰਿਆਂ ਦੀ ਦਾਸਤਾਨਾਂ ਖੁੱਲ੍ਹ ਕੇ ਸਾਹਮਣੇ ਆ ਚੁੱਕੀਆਂ ਸਨ। ਕੋਮਲ ਨੇ ਵੀ ਆਪਣੀ ਇੱਕ ਭੁੱਲ ਤੋਂ ਲੈ ਕੇ ਆਪਣਾ ਮਿਸਕੈਰੇਜ ਹੋਣ ਤੱਕ ਅਤੇ ਤਵਾਇਫ ਬਣਨ ਤੱਕ ਦਾ ਸਫ਼ਰ ਬਿਨਾਂ ਕੁਝ ਲੁਕੋਏ ਹੂਬਹੂ ਬਿਆਨ ਕਰ ਦਿੱਤਾ ਸੀ। ਬਿਸ਼ੰਬਰ ਨਾਥ ਨੇ ਇਸ ਮੁੱਦੇ ਤੇ ਆਪਣਾ ਪੱਖ ਰੱਖਦਿਆਂ ਕਿਹਾ, ਰਾਗਨੀ ਨੂੰ ਆਪਣੇ ਪਤੀ ਤੇ ਇਤਬਾਰ ਸੀ, ਵੈਸੇ ਹੀ ਵਿਸ਼ਵਾਸ ਆਪਣੀ ਛੋਟੀ ਭੈਣ ਕੋਮਲ ਤੇ ਵੀ ਸੀ, ਪਰ ਰਾਗਨੀ ਦੇ ਇਤਬਾਰ ਨੂੰ ਤੋੜਦੇ ਹੋਏ ਇਹਨਾਂ ਦੋਵਾਂ ਨੇ ਆਪਣੀ ਮਹਾਂ ਭੁੱਲ ਕੀਤੀ ਸੀ ਕਿ ਸਾਰਾ ਕੁਝ ਤਹਿਸ ਨਹਿਸ ਕਰਕੇ ਰੱਖ ਦਿੱਤਾ। ਪਰ ਇਸ ਦੀ ਸਜ਼ਾ ਕੋਮਲ ਨੇ ਵੀ ਘੱਟ ਨਹੀਂ ਭੁਗਤੀ। ਫਿਰ ਜਦੋਂ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸਨੇ ਇਹਦਾ ਪਛਤਾਵਾ ਕਰਦੇ ਹੋਏ ਕਿਹੋ ਜਿਹੀ ਵੀ ਤਿਕੜਮ ਲਗਾ ਕੇ ਰਾਗਨੀ ਦਾ ਸਲੀਕੇ ਨਾਲ ਘਰ ਵਸਾ ਕੇ ਹੀ ਦਮ ਲਿਆ। ਮੈਂ ਤਾਂ ਅੰਤ ਵਿੱਚ ਇਹੋ ਆਖਾਂਗਾ ਕਿ ਅੱਗੇ ਰਾਗਨੀ ਨੂੰ ਆਪਣੀ ਇਸ ਛੋਟੀ ਭੈਣ ਦੀਆਂ ਸਾਰੀਆਂ ਗਲਤੀਆਂ ਮੁਆਫ਼ ਕਰਕੇ ਉਸ ਨੂੰ ਗਲ ਨਾਲ ਲਾ ਲੈਣਾ ਚਾਹੀਦਾ ਹੈ। ਹੁਣ ਬੋਲਣ ਦੀ ਵਾਰੀ ਰਾਗਨੀ ਦੀ ਸੀ। ਉਸਨੇ ਆਖਿਆ, ਕੋਮਲ ਦੀਆਂ ਗਲਤੀਆਂ ਮੁਆਫ਼ ਕਰਨ ਨੂੰ ਮੈਂ ਤਿਆਰ ਹਾਂ, ਪਰ ਇਸ ਨੂੰ ਗਲ ਨਾਲ ਕਦੇ ਵੀ ਨਹੀਂ ਲਾਵਾਂਗੀ। ਗੱਲ ਤਾਂ ਇਸ ਨੂੰ ਉਹ ਲਾਵੇਗਾ ਜੋ ਇਸ ਦੇ ਮਨ ਮੰਦਰ ਵਿੱਚ ਵਸ ਗਿਆ ਸੀ, ਜਿਸ ਨੂੰ ਹਾਸਿਲ ਕਰਨ ਲਈ ਇਸਨੇ ਆਪਣੀ ਸਕੀ ਭੈਣ ਤੱਕ ਨੂੰ ਠਿਕਾਣੇ ਲਗਾਉਣ ਦੀ ਸੋਚ ਲਈ ਸੀ। ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਆਪਣੇ ਬਾਰੇ ਵਿੱਚ ਹੁਣ ਤੱਕ ਇਸਨੇ ਜੋ ਵੀ ਦੱਸਿਆ ਉਸ ਵਿੱਚ ਝੂਠ ਦਾ ਕੋਈ ਸਹਾਰਾ ਨਹੀਂ ਲਿਆ ਅਤੇ ਸੱਚ ਨੂੰ ਕਿਤੇ ਵੀ ਜ਼ਰਾ ਜਿੰਨਾ ਵੀ ਛੁਪਾਉਣ ਦਾ ਯਤਨ ਨਹੀਂ ਕੀਤਾ। ਇਸ ਤੋਂ ਬਾਅਦ ਰਾਗਨੀ ਸੇਠ ਬਿਸ਼ੰਬਰ ਨਾਥ ਨਾਲ ਮੁਖਾਤਿਬ ਹੋਈ, ਪਾਪਾ ਤੁਸੀਂ ਇੱਕ ਸਮਾਜ ਸੇਵੀ ਹੋ, ਜੋ ਕਹਿੰਦੇ ਹੋ ਉਹ ਕਰਕੇ ਵੀ ਦਿਖਾਉਂਦੇ ਹੋ। ਇਹ ਡਾਇਲੋਗ ਤੁਸੀਂ ਮੇਰੇ ਵਿਆਹ ਦੇ ਸਮੇਂ ਵੀ ਬੋਲਿਆ ਸੀ। ਹੁਣ ਤੁਸੀਂ ਇਸ ਨੂੰ ਫਿਰ ਤੋਂ ਦੁਹਰਾਉਂਦੇ ਹੋਏ ਪਰਮਜੀਤ ਦੇ ਪਿਤਾ ਬਣ ਕੇ ਉਸ ਦਾ ਵਿਆਹ ਕੋਮਲ ਨਾਲ ਕਰਵਾ ਕੇ ਕੋਮਲ ਦੀ ਪਿਛਲੀ ਜ਼ਿੰਦਗੀ ਦੀਆਂ ਤਮਾਮ ਗਲਤੀਆਂ ਨੂੰ ਭੁਲਾ ਕੇ ਉਸ ਨੂੰ ਵੀ ਆਪਣੀ ਨੂੰਹ ਦੇ ਰੂਪ ਵਿੱਚ ਸਵੀਕਾਰ ਕਰ ਲਓ। ਇਹੋ ਮੇਰੀ ਤੁਹਾਡੇ ਅੱਗੇ ਅਰਜ਼ ਹੈ। ਇਸ ਤੋਂ ਬਾਅਦ ਉੱਥੇ ਕੀ ਹੋਇਆ? ਬਸ ਇੰਨਾ ਕਿ ਰਾਗਨੀ ਦੇ ਇਹ ਅਲਫਾਜ਼ ਮੁੱਕਦਿਆਂ ਹੀ ਉਹ ਕਮਰਾ ਉੱਥੇ ਮੌਜੂਦ ਸਭਨਾਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ। ਧੰਨਵਾਦ।